ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਗੁਰਮਤਿ ਦੀ ਕਲਾਸ ਅੰਦਰ ਜੁੜ ਬੈਠੇ ਹਾਂ। ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ ਹੈ। ਅਸਾਂ ਨੂੰ ਗੁਰਮਤਿ ਦੀ ਕਲਾਸ ਵਿੱਚ ਜੁੜਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਸੋ ਬੜੇ ਅਦਬ ਸਤਿਕਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਇਹ ਪਾਵਨ ਵਾਰ ਮਾਝ ਦੇ ਰਾਗ ਅੰਦਰ ਉਹਦੇ ਜੋ ਅਸੀਂ ਕੱਲ ਸ਼ਲੋਕ ਜਿਹੜੇ ਸਨ ਤੀਸਰੀ ਪੌੜੀ ਦੇ ਉਹ ਵਿਚਾਰ ਚੁੱਕੇ ਸਾਂ। ਸੋ ਆਓ ਪੌੜੀ ਦੀ ਵਿਚਾਰ ਕਰੀਏ। ਸਾਰੀ ਸੰਗਤ ਜਿਹੜੀ ਹੈ ਉਹ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰਚਿਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ। ਸਦਾ ਸਦਾ ਤੂੰ ਏਕ ਹੈ, ਤੁਧ ਦੂਜਾ ਖੇਲ ਰਚਾਇਆ। ਗੁਰੂ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੇ ਨਾਲ ਕੱਲ ਵੀ ਸਾਂਝ ਕੀਤੀ ਸੀ ਕਿ ਸ਼ਲੋਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਰਹੇ ਨੇ। ਅਸਲ ਵਿੱਚ ਵਾਰ ਜਿਹੜੀ ਹੈ ਪੌੜੀਆਂ ਦੀ ਹੁੰਦੀ ਹੈ ਤੇ ਪੌੜੀਆਂ ਸਮੁੱਚੀਆਂ ਪੌੜੀਆਂ ਜਿਹੜੀਆਂ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀਆਂ ਨੇ ਤੇ ਸ਼ਲੋਕ ਕੁਝ ਗੁਰੂ ਨਾਨਕ ਸਾਹਿਬ ਜੀ ਦੇ ਨੇ, ਕੁਝ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ। ਸੋ ਇਹ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਸਦਾ ਸਦਾ ਤੂੰ ਏਕ ਹੈ। ਇਹ ਪ੍ਰਮਾਤਮਾ, ਜਦੋਂ ਵੀ ਅਸੀਂ ਤੱਕੀਏ ਤੂੰ ਇੱਕ ਹੀ ਹੈ। ਸਦਾ ਸਦਾ ਤੂੰ ਏਕ ਹੈ। ਸਦਾ ਹੀ ਤੂੰ ਇੱਕ ਆਪ ਹੀ ਆਪ ਹੈ। ਇਹ ਜਿਹੜਾ ਜਗਤ ਦਾ ਤਮਾਸ਼ਾ ਸਾਹਮਣੇ ਦਿਸਦਾ ਪਿਆ ਇਹ ਤੇਰੇ ਤੋਂ ਭਾਵ ਤਿੱਥੋਂ ਵੱਖਰਾ, ਪਰ ਹੈ ਤੂੰ ਆਪ ਹੀ ਰਚਿਆ। ਸਦਾ ਸਦਾ ਤੂੰ ਇੱਕ ਹੈ, ਤੁਧ ਦੂਜਾ ਖੇਲ ਰਚਾਇਆ। ਇਹ ਇੱਕ ਜਗਤ ਤਮਾਸ਼ਾ ਹੈ ਤੇ ਇਹ ਜਗਤ ਤਮਾਸ਼ਾ ਜਿਹੜਾ ਇਹ ਤੂੰ ਆਪ ਹੀ ਰਚਾਇਆ ਹੈ, ਇਹ ਵੀ ਤੇਰੇ ਤੋਂ ਪਰੇ ਨਹੀਂ। ਹਉਮੈ ਗਰਭ ਉਪਾਇ ਕੈ, ਲੋਭ ਅੰਤਰ ਜਨਤਾ ਪਾਇਆ। ਤੂੰ ਹੀ ਜਿਹੜੇ ਜੀਵ ਪੈਦਾ ਕੀਤੇ ਨੇ ਇਸ ਜਗਤ ਦੇ ਵਿੱਚ, ਉਹਨਾਂ ਦੇ ਅੰਦਰ ਹੰਕਾਰ ਪੈਦਾ ਕਰਕੇ ਤੇ ਉਹਨਾਂ ਦੇ ਅੰਦਰ ਆਪ ਹੀ ਲੋਭ ਵੀ ਆਪ ਹੀ ਤੂੰ ਪੈਦਾ ਕਰਦਾ ਹੈ। ਹਉਮੈ ਗਰਭ ਉਪਾਇ ਕੈ, ਮਨੁੱਖ ਦੇ ਅੰਦਰ ਜਿਹੜਾ ਵਾ ਹਉਮੈ ਤੇ ਅਹੰਕਾਰ ਤੂੰ ਆਪ ਹੀ ਪੈਦਾ ਕਰਦਾ ਹੈ। ਲੋਭ ਅੰਤਰ, ਤੇ ਅੰਦਰ ਜਿਹੜਾ ਲੋਭ ਹੈ ਉਹ ਵੀ ਤੂੰ ਆਪ, ਅੰਤਰ ਭਾਵ ਅੰਦਰ ਮਨ ਦੇ ਅੰਦਰ ਜਿਹੜਾ ਲੋਭ ਪੈਦਾ ਕਰਦਾ ਹੈ ਉਹ ਵੀ ਤੂੰ ਆਪ ਹੀ ਕਰਦਾ ਹੈ। ਜਿਉ ਭਾਵੈ ਤਿਉ ਰੱਖ ਤੂੰ, ਸਭ ਕਰੇ ਤੇਰਾ ਕਰਾਇਆ। ਸੋ ਜਿਸ ਤਰ੍ਹਾਂ ਸਾਰੇ ਹੀ ਜੀਵ ਜਿਹੜੇ ਨੇ ਤੇਰੇ ਪ੍ਰੇਰੇ ਹੋਏ ਨੇ ਤੇ ਤੇਰੀ ਪ੍ਰੇਰਨਾ ਸਦਕਾ ਹੀ ਇਹ ਕਾਰ ਕਰ ਰਹੇ ਨੇ। ਜਿਵੇਂ ਤੈਨੂੰ ਭਾਉਂਦਾ ਏ, ਭਾਵੇਂ ਜਿਸ ਤਰ੍ਹਾਂ ਵੀ ਤੂੰ ਇਹਨਾਂ ਨੂੰ ਰੱਖਦਾ ਹੈ, ਇਹਨਾਂ ਦੀ ਤੂੰ ਆਪ ਹੀ ਰੱਖਿਆ ਕਰ ਰਿਹਾ ਹੈ। ਜਿਉਂ ਭਾਵੈ ਤਿਉਂ ਰੱਖ ਤੂੰ, ਸਭ ਕਰੇ ਤੇਰਾ ਕਰਾਇਆ। ਇਹ ਸਭ ਜੋ ਕੁਝ ਵੀ ਕਰਦੇ ਨੇ ਤੇਰਾ ਕੀਤਾ ਹੋਇਆ ਹੀ ਕਰਦੇ ਨੇ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਇੱਕ ਨਾ ਬਖਸ਼ੇ ਮੇਲ, ਇੱਕ ਨਾ ਬਖਸ਼ੇ ਮੇਲ ਲਹਿ, ਗੁਰਮਤੀ ਤੁਧੈ ਲਾਇਆ। ਕਈ ਜੀਵਾਂ ਨੂੰ ਤੂੰ ਬਖਸ਼ਦਾ ਹੈ ਤੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। ਗੁਰੂ ਦੀ ਸਿੱਖਿਆ ਵਿੱਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੋਇਆ ਹੈ। ਇੱਕ ਨਾ ਬਖਸ਼ੇ ਮੇਲ ਲੈ, ਇੱਕ ਨਾ ਨੂੰ ਤੂੰ ਬਖਸ਼ ਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ। ਤੇ ਜਿਹੜੇ ਗੁਰਮਤੀ, ਜਿਹੜੇ ਗੁਰੂ ਦੀ ਮੱਤ ਵੱਲ, ਗੁਰੂ ਦੀ ਮੱਤ ਨੂੰ ਧਾਰਨ ਕਰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਤੂੰ ਆਪ ਹੀ ਲਾਇਆ ਹੈ। ਇੱਕ ਖੜੇ ਕਰੇ ਤੇਰੀ ਚਾਕਰੀ, ਵਿਣ ਨਾਵੈ ਹੋਰ ਨਾ ਪਾਇਆ। ਗੁਰੂ ਸਾਹਿਬ ਕਹਿੰਦੇ ਨੇ ਇੱਕ ਤੇਰੇ ਹੁਕਮ ਦੇ ਬੱਝੇ ਹੋਏ ਜਿਹੜੇ ਸੁਚੇਤ ਹੋ ਕੇ ਬੰਦਗੀ ਕਰ ਰਹੇ ਨੇ, ਉਹ ਇੱਕ ਜਿਹੜੇ ਮਨੁੱਖ ਨੇ ਉਹ ਤੇਰੀ ਚਾਕਰੀ ਕਰਦੇ ਨੇ। ਖੜੇ ਕਰੇ ਤੇਰੀ ਚਾਕਰੀ, ਖੜੇ ਭਾਵ ਖਲੋ ਕੇ, ਭਾਵ ਸੁਚੇਤ ਹੋ ਕੇ। ਮੈਂ ਕਈ ਸ਼ਬਦ ਕੱਲ ਵੀ ਆਏ ਸਨ ਤੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ
कि जिस तरह हुण इह शब्द आया खड़े होना, खड़े होण ਤੋਂ ਭਾਵ ਇਹ ਨਹੀਂ ਵੀ ਸਾਰੇ ਕਾਰ ਵਿਹਾਰ ਛੱਡ ਕੇ ਤੇ ਲੱਤਾਂ ਦੇ ਉੱਤੇ ਖੜੇ ਹੋ ਕੇ ਤੇ ਸਾਰੀ ਦਿਹਾੜੀ ਜਿਹੜਾ ਵਾ ਉਹ ਜੋਗੀਆਂ ਦੀ ਤਰ੍ਹਾਂ ਜਿਹੜਾ ਵਾ ਉਹ ਤਪ ਸਾਧਣੇ ਸਾਧੂਆਂ ਦੀ ਤਰ੍ਹਾਂ, ਇਹ ਨਹੀਂ। ਇੱਥੇ ਭਾਵ ਇਹ ਹੈ ਕਿ ਸੁਚੇਤ ਹੋ ਕੇ, ਖੜੇ ਹੋਣ ਦਾ ਭਾਵ ਹੈ ਸੁਚੇਤ ਹੋ ਕੇ। ਜਿਸ ਤਰ੍ਹਾਂ ਅਸੀਂ ਮੁਹਾਵਰੇ ਪੜ੍ਹਦੇ ਹਾਂ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਕਿ ਸੁਚੇਤ ਹੋ ਕੇ ਜਿਹੜੇ ਨੇ ਤੇਰੀ ਬੰਦਗੀ ਕਰਦੇ ਨੇ। ਚਾਕਰੀ ਦਾ ਭਾਵ ਹੈ ਬੰਦਗੀ। ਵਿਣ ਨਾਵੈ ਹੋਰ ਨਾ ਪਾਇਆ, ਉਹਨਾਂ ਨੂੰ ਹੋਰ ਕੁਝ ਨਹੀਂ ਪਾਉਂਦਾ ਬਿਨਾਂ ਤੇਰੀ ਬੰਦਗੀ ਤੋਂ। ਉਹ ਸਦਾ ਤੇਰੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੈ ਲਾਇਆ। ਕੁਝ ਜਿਹੜੇ ਨੇ ਇਹੋ ਜਿਹੇ ਵੀ ਆਦਮੀ ਨੇ ਧਰਤੀ ਦੇ ਉੱਤੇ ਜਿਹੜੇ ਤੇਰਾ ਨਾਮ ਵਿਸਾਰ ਕੇ ਤੇ ਹੋਰ ਕੰਮਾਂ ਵਿੱਚ, ਹੋਰ ਕਾਰ ਵਿਕਾਰ ਹੈ, ਹੋਰ ਕੰਮਾਂ ਵਿੱਚ ਆਪਣਾ ਜਿਹੜਾ ਵਾ ਮਨ ਲਾਉਂਦੇ ਨੇ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ। ਤੇ ਜਿਨ੍ਹਾਂ ਐਸੇ ਬੰਦਿਆਂ ਨੂੰ ਇਸ ਸੱਚੀ ਕਾਰ ਵਿੱਚ ਤੂੰ ਲਾਇਆ ਹੈ, ਭਾਈ ਸਾਹਿਬ ਸਿੰਘ ਜੀ ਉਹਨਾਂ ਨੇ ਜਿਹੜੇ ਅਰਥ ਕੀਤੇ ਨੇ, ਉਹਨਾਂ ਦਾ ਇਹ ਇਸ ਤਰੀਕੇ ਦੇ ਨਾਲ ਇਸ ਪੰਕਤੀ ਦਾ ਟੀਕਾ ਕੀਤਾ ਗਿਆ ਹੈ ਕਿ ਜਿਹੜੇ ਬੰਦੇ ਤੇਰੀ ਸੱਚੀ ਕਾਰ ਵਿੱਚ ਜੁੜੇ ਨੇ, ਜਿਨ੍ਹਾਂ ਨੇ ਮਨ ਲਾ ਲਿਆ, ਉਹਨਾਂ ਨੂੰ ਤੇਰਾ ਨਾਮ ਵਿਸਾਰ ਕੇ ਹੋਰ ਕੋਈ ਕੰਮ ਕਰਨਾ ਜਿਹੜਾ ਵਾ ਉਹ ਮੰਦਾ ਲੱਗਦਾ ਹੈ। ਕੁਝ ਵਿਦਵਾਨਾਂ ਨੇ ਦੂਸਰੇ ਤਰੀਕੇ ਦੇ ਨਾਲ ਹੀ ਅਰਥ ਕੀਤੇ ਨੇ ਵੀ ਕਈਆਂ ਨੂੰ ਤੂੰ ਹੋਰ ਜਿਹੜਾ ਵਾ ਉਹ ਕਾਰੇ ਲਾ ਕੇ ਉਹਨਾਂ ਨੂੰ ਵਿਕਾਰ ਵਿੱਚ ਬੰਨ੍ਹਿਆ ਹੋਇਆ, ਤੇ ਕਈ ਜਿਹੜੇ ਨੇ ਸੱਚੀ ਕਾਰੇ ਲੱਗੇ ਨੇ। ਪਰ ਅਸਲ ਵਿੱਚ ਭਾਈ ਸਾਹਿਬ ਸਿੰਘ ਜਿਹੜੇ ਨੇ ਉਹ ਸਹੀ ਅਰਥ ਕਰ ਰਹੇ ਨੇ ਕਿ ਜਦੋਂ ਇਹਨੂੰ ਪੜ੍ਹੀਏ ਨਾ ਪੰਕਤੀ ਨੂੰ, ਇੱਕ ਸੱਚੀ ਕਾਰੇ ਲਾਇਆ ਹੋਰ ਕਾਰ ਵਿਕਾਰ ਹੈ। ਇਹਦੇ ਅਰਥ ਕਰਨ ਲੱਗਿਆ ਅਸੀਂ ਇਸ ਪੰਕਤੀ ਨੂੰ ਇਸ ਤਰੀਕੇ ਨਾਲ ਪੜ੍ਹਨਾ ਹੈ ਕਿ ਜਿਹੜੇ ਤੇਰੀ ਸੱਚੀ ਕਾਰ ਵਿੱਚ ਲੱਗੇ ਨੇ, ਉਹਨਾਂ ਨੂੰ ਹੋਰ ਕਾਰ ਵਿਕਾਰ ਹੈ, ਉਹਨਾਂ ਨੂੰ ਹੋਰ ਜਿਹੜੇ ਕੰਮ ਨੇ ਉਹ ਵਿਕਾਰ ਲੱਗਦੇ ਨੇ ਕਿ ਇਹ ਵਿਕਾਰ ਹੈ, ਅਸੀਂ ਨਹੀਂ ਭੋਗਣੇ। ਜਿਹੜੇ ਤੇਰੀ ਸੱਚੇ ਕਾਰੇ ਵਿੱਚ ਲੱਗੇ ਨੇ, ਤੇਰੀ ਬੰਦਗੀ ਵਿੱਚ ਜੁੜੇ ਨੇ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਪੁੱਤ ਕਲਤ ਕੁਟੰਬ ਹੈ ਇੱਕ ਅਲਪਤ ਰਹੇ ਜੋ ਤੁਧ ਪਾਇਆ। ਹੁਣ ਇੱਥੇ ਸ਼ਬਦ ਆਇਆ ਹੈ ਅਲਿਪਤ, ਭਾਵ ਨਿਰਲੇਪ ਨਿਰਮੋਹ। ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਤੇਰਾ ਸਾਰਾ ਪਰਿਵਾਰ ਹੈ ਨਾ, ਜਿਹਦੇ ਵਿੱਚ ਇਸਤਰੀਆਂ ਵੀ ਆਉਂਦੀਆਂ ਨੇ, ਭਾਵ ਤੇਰੀ ਇਸਤਰੀ, ਤੇਰੇ ਪੁੱਤਰ, ਤੇਰਾ ਪਰਿਵਾਰ, ਜਿੰਨੇ ਵੀ ਤੈਨੂੰ ਜਿਹੜੇ ਆ ਸੰਸਾਰ ਦੇ ਵਿੱਚ ਬੰਦੇ ਪਿਆਰੇ ਲੱਗਦੇ ਨੇ ਨਾ, ਪੁੱਤ ਕਲਤ ਕੁਟੰਬ ਹੈ। ਇਹ ਸਾਰਾ ਪਰਿਵਾਰ ਜਿਹੜਾ, ਕੁਟੰਬ ਦਾ ਭਾਵ ਅਰਥ ਹੈ ਪਰਿਵਾਰ। ਗੁਰੂ ਸਾਹਿਬ ਕਹਿੰਦੇ ਨੇ ਇਹ ਤੈਨੂੰ ਪਿਆਰੇ ਲੱਗਦੇ ਨੇ, ਇਹਨਾਂ ਦੇ ਵਿੱਚ ਤੂੰ ਨਿਰਮੋਹ ਰਹਿਣਾ, ਨਿਰਲੇਪ, ਅਲਿਪਤ ਰਹਿ, ਤੂੰ ਨਿਰਲੇਪ ਰਹਿੰਦਾ ਇਹਨਾਂ ਦੇ ਵਿੱਚ ਵੀ। ਇਹ ਜੋ ਤੈਨੂੰ ਭਾਉਂਦਾ ਹੈ ਉਹ ਕੁਝ ਹੋ ਰਿਹਾ ਹੈ। ਉਹ ਅੰਦਰੋਂ ਬਾਹਰੋਂ ਨਿਰਮਲੇ, ਸੱਚੈ ਨਾਏ ਸਮਾਇਆ। ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਐਸੇ ਮਨੁੱਖ ਨੇ ਜਿਹੜੇ ਅਲਿਪਤ ਰਹਿੰਦੇ ਨੇ, ਨਿਰਮੋਹ, ਨਿਰਲੇਪ, ਜਿਹੜੇ ਤੇਰੇ ਹੁਕਮ ਵਿੱਚ, ਤੇਰੇ ਭਾਣੇ ਵਿੱਚ ਤੁਰਦੇ ਨੇ, ਉਹ ਅੰਦਰੋਂ ਤੇ ਬਾਹਰੋਂ, ਭਾਵ ਉਹਨਾਂ ਦਾ ਅੰਦਰ ਵੀ ਤੇ ਬਾਹਰ ਦੋਨੋਂ ਹੀ, ਤਨ ਕਰਕੇ ਵੀ ਤੇ ਮਨ ਕਰਕੇ ਵੀ ਉਹ ਸੁੱਚੇ ਰਹਿੰਦੇ ਨੇ। ਉਹ ਅੰਦਰੋਂ ਬਾਹਰੋਂ ਨਿਰਮਲੇ, ਉਹ ਪਵਿੱਤਰ ਰਹਿੰਦੇ ਨੇ, ਨਿਰਮਲ ਰਹਿੰਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਐਸੇ ਮਨੁੱਖ ਜਿਹੜੇ ਨੇ ਉਹ ਸੱਚੇ ਹਨ ਤੇ ਉਹ ਸੱਚ ਨਾਮ ਦੇ ਵਿੱਚ ਸਮਾਏ ਹੋਏ ਹਨ। ਸੋ ਇਸ ਤੋਂ ਅੱਗੇ ਸਤਿਗੁਰੂ ਜੀ ਚੌਥੀ ਪੌੜੀ ਦੇ ਨਾਲ ਜੋ ਸ਼ਲੋਕ ਦਰਜ ਹਨ, ਇਹ ਪਹਿਲਾ ਸ਼ਲੋਕ ਜਿਹੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਤੇ ਗੁਰੂ ਸਾਹਿਬ ਇਸ ਸ਼ਲੋਕ ਦੇ ਅੰਦਰ ਕੀ ਬਖਸ਼ਿਸ਼ ਕਰਦੇ ਨੇ, ਆਓ ਇਸ ਸ਼ਲੋਕ ਨੂੰ ਪੜ੍ਹੀਏ। ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ। ਸੋਨੇ ਕੈ ਪਰਬਤ ਭਾਵ ਸੋਨੇ ਦੇ ਪਹਾੜ
ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਕਿ ਭਾਵੇਂ ਤੂੰ ਸੋਨੇ ਦੇ ਪਹਾੜ, ਗੁਫਾਵਾਂ ਉਹਦੇ ਵਿੱਚ ਬਣਾ ਲੈ, ਪਹਾੜਾਂ ਦੇ ਵਿੱਚ ਜਿਹੜੇ ਸੋਨੇ ਦੇ ਬਣੇ ਹੋਣ ਪਹਾੜ, ਉਹਨਾਂ ਉੱਤੇ ਗੁਫਾਵਾਂ ਬਣਾ ਲੈ, ਤੇ ਭਾਵੇਂ ਹੇਠਾਂ ਪਾਣੀ ਵਿੱਚ ਜਾ ਰਹਾ। ਕੈ ਵਿੱਚ ਧਰਤੀ ਕੈ ਆਕਾਸੀ, ਉਰਦ ਰਹਾ ਸਿਰ ਭਾਰ। ਚਾਹੇ ਧਰਤੀ ਵਿੱਚ ਰਹਾਂ ਤੇ ਚਾਹੇ ਆਕਾਸ਼ ਵਿੱਚ, ਤੇ ਚਾਹੇ ਮੈਂ ਉਰਦ ਰਹਾ, ਭਾਵ ਪੁੱਠਾ ਹੋ ਕੇ, ਉਲਟਾ ਹੋ ਕੇ, ਭਾਵ ਆਪਣੇ ਆਪ ਨੂੰ ਉਲਟਾ ਕਰ ਲਵਾਂ, ਸਿਰ ਭਾਰ, ਸਿਰ ਥੱਲੇ ਤੇ ਲੱਤਾਂ ਤਾਂਹ ਨੂੰ ਕਰਕੇ, ਤੇ ਮੈਂ ਉਹ ਉਸ ਤਰੀਕੇ ਦੇ ਨਾਲ ਜਿਹੜਾ ਵਾ ਖੜਾ ਖਲੋਤਾ ਰਵਾਂ। ਤਿੰਨ ਗੱਲਾਂ ਆਖੀਆਂ ਨੇ। ਪਹਿਲੀ ਪੰਕਤੀ 'ਚ ਤਿੰਨ ਨੇ ਕਿ ਚਾਹੇ ਗੁਫਾ ਬਣਾ ਲੈ, ਚਾਹੇ ਪਾਣੀ ਵਿੱਚ ਰਹਿ ਰਹੇ। ਇਹ ਦੋ ਗੱਲਾਂ ਕੀਤੀਆਂ ਨੇ ਕਿ ਸੋਨੇ ਦੇ ਪਰਬਤਾਂ ਉੱਤੇ ਗੁਫਾਵਾਂ ਬਣਾ ਲੈ, ਤੇ ਚਾਹੇ ਪਾਣੀ ਵਿੱਚ ਜਾ ਕੇ ਰਹਿ। ਤੇ ਅੱਗੇ ਕੀ ਗੱਲ ਕੀਤੀ ਹੈ ਕਿ ਚਾਹੇ ਧਰਤੀ ਵਿੱਚ ਰਹੇ ਤੇ ਚਾਹੇ ਆਕਾਸ਼ ਵਿੱਚ, ਤੇ ਚਾਹੇ ਪੁੱਠਾ ਜਿਹੜਾ ਵਾ ਉਹ ਖਲੋਤਾ ਰਹਿ। ਪਰ ਪੁਰ ਕਰ ਕਾਇਆ ਕੱਪੜ ਪਹਿਰਾ ਧੂਆਂ ਸਦਾਕਾਰ। ਗੁਰੂ ਸਾਹਿਬ ਕਹਿੰਦੇ ਨੇ ਅੱਗੇ ਨਾਲ ਹੀ ਕਿ ਭਾਵੇਂ ਸਰੀਰ ਨੂੰ ਪੂਰੀ ਤੌਰ ਤੇ ਕੱਪੜਾ ਪਹਿਨਾ ਲੈ, ਤੇ ਭਾਵੇਂ ਜਿਹੜਾ ਸਰੀਰ ਹੈ ਇਹਨੂੰ ਸਦਾ ਧੋਂਦਾ ਰਹਿ। ਵੇਖਿਆ ਕਈ ਮਨੁੱਖ ਜਿਹੜੇ ਨੇ ਉਹ ਗੰਗਾ ਦੇ ਕਿਨਾਰੇ ਤੇ ਉੱਤੇ ਜਾ ਕੇ, ਛੋਟੇ ਛੋਟੇ ਹੁੰਦੇ ਸੀ ਤੇ ਧਾਰਨਾ ਪੜ੍ਹਦੇ ਹੁੰਦੇ ਸੀ ਸਾਡੇ ਬਜ਼ੁਰਗ ਕਿ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾਂ। ਭਾਵ ਕਿ ਇਸ਼ਨਾਨ ਕੀਤਿਆਂ ਕੇਵਲ ਇਸ਼ਨਾਨ ਕਰੀ ਜਾਈਏ ਤੇ ਪ੍ਰਮਾਤਮਾ ਦੀ ਬੰਦਗੀ ਨਾ ਕਰੀਏ। ਗੁਰੂ ਸਾਹਿਬ ਕਹਿੰਦੇ ਨੇ ਕਿ ਚਾਹੇ ਤੂੰ ਸੋਨੇ ਦੇ ਪਹਾੜਾਂ ਉੱਤੇ, ਉੱਚੀਆਂ ਪਰਬਤਾਂ ਦੇ ਉੱਤੇ ਗੁਫਾਵਾਂ ਬਣਾ ਲੈ, ਚਾਹੇ ਤੂੰ ਧਰਤੀ ਦੇ ਉੱਤੇ, ਚਾਹੇ ਤੂੰ ਆਕਾਸ਼ ਦੇ ਵਿੱਚ, ਪਾਣੀ ਦੇ ਵਿੱਚ, ਜਾਂ ਕਿਤੇ ਵੀ। ਇਹ ਵੱਖ-ਵੱਖ ਉਦਾਹਰਨਾਂ ਦੇ ਕੇ, ਚਾਹੇ ਤੂੰ ਉਲਟਾ ਖੜਾ ਹੋ ਜਾ, ਚਾਹੇ ਤੂੰ ਆਪਣੇ ਤਨ ਨੂੰ ਧੋਈ ਜਾ, ਤੇ ਚਾਹੇ ਉਹਨੂੰ ਕੱਪੜੇ ਨਾਲ ਲਪੇਟੀ ਜਾ। ਪਰ ਅੱਗੇ ਨਾਲ ਹੀ ਇੱਕ ਹੋਰ ਉਦਾਹਰਨ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਬੱਗਾ ਰੱਤਾ ਪੀਲਾ, ਕਾਲਾ ਬੇਦਾ ਕਰੀ ਪੁਕਾਰ। ਜਿਹੜੇ ਕੱਪੜੇ ਆ ਨੂੰ ਸਰੀਰ ਉੱਤੇ ਪਾਉਣੇ ਆ ਨਾ, ਚਾਹੇ ਉਹ ਚਿੱਟੇ, ਲਾਲ, ਪੀਲੇ, ਕਾਲੇ, ਕਿਸੇ ਪ੍ਰਕਾਰ ਦੇ ਵੀ ਪਾ ਕੇ ਤੇ ਫਿਰ ਵੇਦਾਂ ਦਾ ਉਚਾਰਨ ਕਰੀ ਜਾ। ਹੋਏ ਕੁਚੀਲ ਰਹਾ ਮਨ ਧਾਰੀ, ਦੁਰਮਤ ਮਤ ਵਿਕਾਰ। ਚਾਹੇ ਸਰੇਵੜਿਆਂ ਵਾਂਗ ਗੰਦਾ ਤੇ ਮੈਲਾ ਰਹਾ। ਇਹ ਜਿਹੜੇ ਸਾਰੇ ਭੈੜੀ ਮੱਤ ਦੇ ਬੰਦੇ, ਮੰਦੇ ਕਰਮ ਨੇ, ਇਹ ਸਾਰੇ ਮੈਂ ਕਰਾਂ, ਇਹਦੇ ਵਿੱਚ ਮੈਂ ਮੈਲਾ ਰਹਾਂ। ਨਾ ਹਉ ਨਾ ਮੈਂ, ਨਾ ਹਉ ਹੋਵਾਂ, ਨਾਨਕ ਸ਼ਬਦ ਵਿਚਾਰ। ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਸਤਿਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੇਰੀ ਹਉਮੈ ਨਾ ਰਹੇ। ਨਾ ਹਉ ਨਾ ਮੈਂ, ਨਾ ਹਉ ਹੋਵਾਂ, ਮੇਰੇ ਅੰਦਰ ਹਉਮੈ ਜਿਹੜੀ ਖਤਮ ਹੀ ਹੋ ਜਾਵੇ। ਨਾ ਮੈਂ ਰਵਾਂ ਤੇ ਨਾ ਹੀ ਉਹਦੇ ਵਿੱਚ ਮੈਂ ਹੋਵਾਂ, ਕੇਵਲ ਤੇਰੇ ਸ਼ਬਦ ਦੀ ਵਿਚਾਰ ਹੀ ਜਿਹੜੀ ਆ ਮੇਰੇ ਮਨ ਵਿੱਚ ਵਸੇ। ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੈ। ਵਸਤਰ ਭਾਵ ਕੱਪੜੇ, ਪਖਾਲ ਧੋ ਕੇ। ਗੁਰੂ ਸਾਹਿਬ ਕਹਿੰਦੇ ਨੇ ਜੋ ਮਨੁੱਖ ਨਿਤ ਕੱਪੜੇ ਧੋ ਕੇ ਸਰੀਰ ਧੋਂਦਾ ਹੈ, ਤੇ ਸਿਰਫ ਕੱਪੜੇ ਤੇ ਹੀ ਸਰੀਰ ਸੁੱਚੇ ਰੱਖਣ ਨਾਲ ਆਪਣੇ ਵੱਲੋਂ ਤਪਸਵੀ ਬਣ ਬੈਠਦਾ ਹੈ। ਇਹ ਪਹਿਲੀ ਉਦਾਹਰਨ ਹੈ ਕਿ ਆਪਣੇ ਨਿਤ ਕੱਪੜੇ ਧੋ ਕੇ ਉਹਨਾਂ ਨੂੰ ਆਪਣੇ ਤਨ ਉੱਤੇ ਧਾਰਨ ਕਰਦਾ ਹੈ ਤੇ ਇਹ ਸਮਝਦਾ ਹੈ ਕਿ ਮੈਂ ਤਪਸਵੀ ਬਣ ਗਿਆ। ਗੁਰੂ ਸਾਹਿਬ ਕਹਿੰਦੇ ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ। ਜਿਹੜੀ ਮਨ ਦੇ ਅੰਦਰ ਮੈਲ ਲੱਗੀ ਹੈ ਉਹਨੂੰ ਤੇ ਜਾਣਦਾ ਨਹੀਂ, ਅੰਤਰ ਮੈਲ ਲੱਗੀ ਨਹੀਂ ਜਾਣੈ, ਉਹਨੂੰ ਜਾਣਦਾ ਨਹੀਂ ਕਿ ਮੇਰੇ ਅੰਦਰ ਵੀ ਮੈਲ ਹੈ। ਇਹ ਖਬਰ ਨਹੀਂ ਹੈ ਕਿ ਮੇਰੇ ਅੰਦਰ ਵੀ ਮੈਲ, ਵਿਕਾਰਾਂ ਰੂਪੀ ਮੈਲ ਭਰੀ ਪਈ ਹੈ, ਪਰ ਬਾਹਰੋਂ ਆਪਣੇ ਆਪ ਨੂੰ ਮਲ ਮਲ ਕੇ ਸਰੀਰ ਨੂੰ ਧੋਂਦਾ ਹੈ। ਅੰਧਾ ਭੂਲ ਪਿਆ ਜਮ ਜਾਲੇ, ਮੌਤ ਦੇ ਜਾਲ ਵਿੱਚ ਤੂੰ ਫਸਿਆ ਪਿਆ। ਜਮ ਜਾਲੇ, ਜਮਾਂ ਦੇ ਜਾਲ ਵਿੱਚ ਭਾਵ ਮੌਤ ਦੇ ਜਾਲ ਵਿੱਚ। ਇਹ ਮਨੁੱਖ ਤੂੰ ਅੰਨਾ ਹੋਇਆ,
ਸਿੱਧੇ ਰਾਹ ਤੋਂ ਖੁੰਝ ਕੇ ਤੇ ਭੁੱਲ ਗਏ, ਭਟਕ ਗਿਆ, ਭੂਲ ਪਿਆ ਭਾਵ ਭੁੱਲ ਗਿਆ, ਖੁੰਝ ਗਿਆ। ਜਿਹੜਾ ਅਸਲੀ ਰਸਤਾ ਸੀ ਉਹਦੇ ਤੋਂ ਤੂੰ ਖੁੰਝ ਗਿਆ ਤੇ ਜਿਹੜਾ ਰਸਤਾ ਨਹੀਂ ਸੀ ਪਕੜਨਾ ਉਸ ਰਸਤੇ ਦੇ ਉੱਤੇ ਚੱਲ ਪਿਆ ਤੇ ਉਸ ਰਸਤੇ ਤੇ ਕੇਵਲ ਜਮਾਂ ਦੀ ਮੌਤ ਹੈ, ਭਾਵ ਜਮਾਂ ਦਾ ਜਾਲ ਵਿਛਾਇਆ ਹੋਇਆ ਹੈ, ਭਾਵ ਮੌਤ ਦਾ ਜਾਲ ਜਿਹੜਾ ਵਿਛਿਆ ਹੋਇਆ ਹੈ। ਵਸਤ ਪਰਾਈ ਆਪਣੀ ਕਰ ਜਾਣੈ, ਹਉਮੈ ਵਿੱਚ ਦੁੱਖ ਘਾਲੇ। ਜਿਹੜੀ ਅਸਲ ਵਿੱਚ ਤੇਰੀ ਵਸਤ ਨਹੀਂ ਸੀ, ਤੂੰ ਪਰਾਈ ਵਸਤ ਸੀ, ਭਾਵ ਜੋ ਜਗਤ ਦੇ ਵਿੱਚ ਦੇਖਦਾ ਹੈ ਕਿ ਇਹ ਤੇਰੇ ਨਾਲ ਜਾਣੀ, ਨਹੀਂ, ਬਿਲਕੁਲ ਨਹੀਂ ਜਾਣੀ। ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਤੈਨੂੰ ਵਸਤ ਸਾਹਮਣੇ ਦਿਖ ਰਹੀ ਹੈ, ਵਸਤ ਪਰਾਈ ਆਪਣੀ ਕਰ ਜਾਣੈ, ਜਿਹੜੀ ਪਰਾਈ ਵਸਤ ਸੀ ਤੂੰ ਉਹਨੂੰ ਆਪਣੀ ਕਰਕੇ ਮੰਨ ਲਿਆ ਤੇ ਉਸ ਹਉਮੈ ਦੇ ਵਿੱਚ ਕਿ ਮੇਰੀ ਹੈ ਤੇ ਆਪਣਾ ਜਿਹੜਾ ਸਰੀਰ ਹੈ ਹਉਮੈ ਵਿੱਚ ਦੁੱਖ ਘਾਲੇ। ਉਸ ਸਰੀਰ ਉੱਤੇ ਫਿਰ ਦੁੱਖ ਸਹਾਰਦਾ ਹੈ। ਨਾਨਕ ਗੁਰਮੁਖ ਹਉਮੈ ਟੁੱਟੈ, ਤਾਂ ਹਰ ਹਰ ਨਾਮ ਧਿਆਵੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਮਨੁੱਖ ਆਪਣੇ ਹਿਰਦੇ ਵਿੱਚੋਂ ਇਹ ਅਹੰਕਾਰ ਹਉਮੈ ਛੱਡ ਦਿੰਦਾ ਹੈ ਤੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਫਿਰ ਇਹਦੇ ਅੰਦਰੋਂ ਜਿਹੜੀ ਹੈ ਹਉਮੈ ਨਿਕਲਦੀ ਹੈ। ਨਾਨਕ ਗੁਰਮੁਖ ਹਉਮੈ ਟੁੱਟੈ। ਕਿਹਦੀ ਹਉਮੈ ਟੁੱਟਦੀ ਹੈ? ਗੁਰਮੁਖ, ਜਿਹਨੇ ਗੁਰੂ ਵੱਲ ਨੂੰ ਆਪਣਾ ਮੁਖ ਕਰ ਲਿਆ ਹੋਵੇ, ਭਾਵ ਆਪ ਸਨਮੁਖ ਹੋ ਗਿਆ ਹੈ ਗੁਰੂ ਦੇ ਸਨਮੁਖ ਹੋ ਕੇ ਗੁਰੂ ਵੱਲ ਨੂੰ ਮੁਖ ਕੀਤਿਆਂ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਵਾ ਪ੍ਰਭੂ ਦਾ ਉਹ ਫਿਰ ਨਾਮ ਸਿਮਰਦਾ ਹੈ। ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੈ। ਫਿਰ ਨਾਮ ਜਪਦਾ ਹੈ, ਨਾਮ ਦੀ ਯਾਦ ਵਿੱਚ ਸਦਾ ਤੁਰਿਆ ਰਹਿੰਦਾ ਹੈ ਤੇ ਉਹਨੂੰ ਧਿਆਉਂਦਾ ਰਹਿੰਦਾ ਹੈ। ਇਸੇ ਨਾਮ ਦੀ ਬਰਕਤ ਸਦਕਾ ਫਿਰ ਉਹ ਸੁਖ ਪਾਉਂਦਾ ਹੈ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਪੌੜੀ। ਹੁਣ ਇੱਥੇ ਪੌੜੀ ਨਹੀਂ ਲਿਖਿਆ, ਪਵੜੀ। ਅਰਥ ਹੋਈ ਹੈ ਪਰ ਲਿਖਿਆ ਪਵੜੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਾਇਆ ਹੰਸ ਸੰਜੋਗ ਮੇਲ ਮਿਲਾਇਆ। ਕਾਇਆ ਭਾਵ ਸਰੀਰ, ਕਾਇਆ ਹੰਸ ਸਰੀਰ ਜਿਹੜਾ ਪ੍ਰਮਾਤਮਾ ਨੇ ਇਸ ਜੀਵ ਨੂੰ, ਭਾਵ ਇੱਥੇ ਹੰਸ ਜਿਹੜਾ ਹੈ ਉਹ ਜੀਵ ਆਤਮਾ ਲਿਖਿਆ ਗਿਆ, ਜੀਵ ਆਤਮਾ ਦੇ ਰੂਪ ਵਿੱਚ ਲਿਆ ਗਿਆ। ਪ੍ਰਮਾਤਮਾ ਨੇ ਇੱਕ ਸੰਜੋਗ ਬਣਾਇਆ, ਜੋੜ ਕੇ ਇਹਨੂੰ ਜੀਵ ਆਤਮਾ ਨੂੰ ਤੇ ਸਰੀਰ ਨੂੰ ਤੇ ਕੀ ਪੈਦਾ ਕੀਤਾ? ਇੱਕ ਮਨੁੱਖਾ ਜਨਮ। ਤੇ ਮਨੁੱਖ ਨੂੰ ਇਸ ਧਰਤੀ ਦੇ ਉੱਤੇ ਜੀਵ ਆਤਮਾ ਨੂੰ ਤੇ ਸਰੀਰ ਨੂੰ ਇਕੱਠਾ ਕਰਕੇ ਇਸ ਧਰਤੀ ਤੇ ਭੇਜ ਦਿੱਤਾ, ਜਿਹਨੂੰ ਆਦਮੀ ਆਖਿਆ ਗਿਆ। ਤਿਨ ਹੀ ਕੀਆ ਵਿਜੋਗ ਜਿਨ ਉਪਾਇਆ। ਉਸ ਪ੍ਰਭੂ ਨੇ, ਜਿਸ ਪ੍ਰਭੂ ਨੇ ਸਰੀਰ ਤੇ ਜੀਵ ਨੂੰ ਪੈਦਾ ਕੀਤਾ, ਉਸਨੇ ਇਹਨਾਂ ਲਈ ਵਿਛੋੜਾ ਵੀ ਬਣਾ ਰੱਖਿਆ ਹੈ, ਭਾਵ ਮੌਤ। ਮੂਰਖ ਭੋਗੇ ਭੋਗ ਦੁੱਖ ਸਬਾਇਆ। ਜਦੋਂ ਮਨੁੱਖ ਧਰਤੀ ਤੇ ਆਉਂਦਾ ਹੈ ਤੇ ਉਹਨੂੰ ਭੁਲਾ ਕੇ, ਜਿਹੜਾ ਪ੍ਰਮਾਤਮਾ ਤੋਂ ਵਿਛੜ ਕੇ ਆਇਆ, ਉਸ ਵਿਛੋੜੇ ਨੂੰ ਭੁਲਾ ਕੇ ਮੂਰਖ ਜੀਵ ਸੰਸਾਰ ਦੇ ਵਿੱਚ ਭੋਗ ਭੋਗਦਾ ਹੈ ਤੇ ਦੁੱਖਾਂ ਦਾ ਜਿਹੜਾ ਵਾ ਮੂਲ ਬਣਦਾ ਹੈ। ਦੁੱਖ ਸਬਾਇਆ, ਸਾਰੇ ਜਿਹੜੇ ਦੁੱਖ ਨੇ ਉਹਨਾਂ ਦਾ ਕਾਰਨ ਇਹ ਮਨੁੱਖ ਆਪ ਹੀ ਬਣਦਾ ਹੈ। ਸੁੱਖੋਂ ਉੱਠੇ ਰੋਗ ਪਾਪ ਕਮਾਇਆ। ਜਿਹੜੇ ਸੁੱਖਾਂ ਤੋਂ ਰੋਗ ਕਹਿੰਦੇ ਆ ਨਾ, ਦੁੱਖ ਦਾਰੂ ਸੁੱਖ ਰੋਗ ਭਇਆ। ਸੁੱਖ ਪੈਦਾ ਕਰਦਾ ਏ ਤੇ ਕਿੱਦਾਂ ਪੈਦਾ ਕਰਦਾ ਏ? ਪਾਪ ਕਮਾ ਕਮਾ ਕੇ। ਤੇ ਪਾਪ ਕਮਾ ਕੇ ਧਨ ਇਕੱਠਾ ਕਰਦਾ ਏ, ਕਾਮ ਭੋਗਦਾ ਏ, ਕਈ ਕੁਝ ਕਰਦਾ ਏ। ਪੰਜੇ ਵਿਕਾਰਾਂ ਦੇ ਵਿੱਚ ਖਚਿਤ ਹੋਇਆ ਮਨੁੱਖ ਕੀ ਕਰਦਾ ਏ? ਫਿਰ ਆਖਦਾ ਹੈ ਕਿ ਇਹ ਸੁੱਖ ਨੇ, ਪਰ ਉਹਨਾਂ ਸੁੱਖਾਂ ਤੋਂ ਇਹਦੇ ਅੰਦਰ ਜਿਹੜੇ ਨੇ ਉਹ ਦੁੱਖ ਉਤਪੰਨ ਹੁੰਦੇ ਨੇ। ਹਰਖੋਂ ਸੋਗ ਵਿਜੋਗ ਉਪਾਏ ਖਪਾਇਆ। ਭੋਗਾਂ ਦੀ ਖੁਸ਼ੀ ਤੋਂ ਅੰਤ ਨੂੰ ਚਿੰਤਾ ਦੇ ਵਿੱਚ ਵਿਛੋੜਾ ਪੈਦਾ ਹੁੰਦਾ ਹੈ ਤੇ ਫਿਰ ਜਨਮ ਮਰਨ ਦਾ ਗੇੜ ਪੈਦਾ ਹੋ ਜਾਂਦਾ ਹੈ। ਹਰਖੋਂ ਸੋਗ ਵਿਜੋਗ ਉਪਾਏ ਖਪਾਇਆ।
खुशी तो हरखों भाव खुशी, खुशी तो की सोग पैदा हुंदा, चिंता पैदा हुंदी है, वियोग विछोड़ा पै जांदा है ते उस खुशी दे अंदरों जिहड़ी चिंता ते वियोग जिहड़ा विछोड़ा जिहड़ा सी वो पैदा होया तो उहदे नाल उपाय खपाया फिर जन्म मरण दा जिहड़ा वा वो गेड़ इस हेठ रहिंदा है। मूर्ख गणत गणाए झगड़ा पाया, ये मूर्ख मनुख अपने मत्थे उत्ते लेख लिखा के मूर्खां वाले काम करके ते जन्म मरण दा लम्मा झमेला जिहड़ा वो सहेड़ लैंदा है। क्योंकि गणत गणाए ਇਹ ਜਿਹੜਾ ਮਨੁੱਖ ਹੈ ਮੂਰਖ ਜਿਹੜਾ ਹੈ ਮੂਰਖਾਂ ਵਾਲੇ ਕੰਮ ਕਰਦਾ ਹੈ ਤੇ ਕਰਮ ਉਹ ਕਰਦਾ ਹੈ ਜਿਹਦੇ ਨਾਲ ਫਿਰ ਜਨਮ ਮਰਨ ਦਾ ਗੇੜ ਸ਼ੁਰੂ ਹੋ ਜਾਂਦਾ ਹੈ। ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਭਾਈ ਜੇ ਕੋਈ ਇਸ ਜਨਮ ਮਰਨ ਦੇ ਗੇੜ ਨੂੰ ਮੁਕਾਉਣ ਦੀ ਤਾਕਤ ਰੱਖਦਾ ਏ, ਖਤਮ ਕਰਨ ਦੀ ਤਾਕਤ ਰੱਖਦਾ ਹੈ ਤੇ ਉਹ ਹੈ ਸਤਿਗੁਰੂ। ਇਹ ਸਭ ਸਤਿਗੁਰੂ ਦੇ ਹੱਥ ਵਿੱਚ ਹੈ। ਜਿਸ ਨੂੰ ਗੁਰੂ ਮਿਲਦਾ ਹੈ ਉਸਦਾ ਇਹ ਝਮੇਲਾ ਮੁੱਕ ਜਾਂਦਾ ਹੈ। ਕਰਤਾ ਕਰੇ ਸੋ ਹੋਗ ਨਾ ਚੱਲੇ ਚਲਾਇਆ, ਭਾਈ ਜੀਵਾਂ ਦੀ ਕੋਈ ਆਪਣੀ ਤਾਕਤ ਨਹੀਂ, ਕੋਈ ਆਪਣੀ ਸਿਆਣਪ ਨਹੀਂ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਸੋ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ। ਸ਼ਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਕਹਿੰਦੇ ਮੁਰਦਾਰ ਦਾ ਭਾਵ ਅਰਥ ਹੈ ਮੁਰਦਾ, ਹਰਾਮ, ਪਰਾਇਆ ਹੱਕ। ਗੁਰੂ ਸਾਹਿਬ ਕਹਿੰਦੇ ਨੇ ਇਹ ਮਨੁੱਖ ਜਿਹੜਾ ਹੈ ਨਾ ਇਹ ਕੂੜ ਬੋਲਦਾ ਹੈ। ਹਾਂਜੀ, ਕੂੜ ਬੋਲ ਮੁਰਦਾਰ ਖਾਏ, ਭਾਵ ਜੋ ਮਨੁੱਖ ਝੂਠ ਬੋਲ ਕੇ ਦੂਜਿਆਂ ਦਾ ਹੱਕ ਖਾਂਦਾ ਹੈ, ਅਵਰੀ ਨੂੰ ਸਮਝਾਉਣ ਜਾਏ ਤੇ ਹੋਰਨਾਂ ਨੂੰ ਸਿੱਖਿਆ ਦਿੰਦਾ ਹੈ। ਹੋਰਨਾਂ ਨੂੰ ਸਿੱਖਿਆ ਦਿੰਦਾ ਹੈ, ਸਮਝਾਉਣ ਵਾਸਤੇ ਜਾਂਦਾ ਹੈ, ਆਪ ਝੂਠ ਬੋਲਦਾ ਹੈ ਤੇ ਲੋਕਾਂ ਨੂੰ ਕਹਿੰਦਾ ਕਿ ਝੂਠ ਨਾ ਬੋਲ। ਮੁੱਠਾ ਆਪ ਮੁਹਾਈ ਸੱਥ ਹੈ, ਉਹ ਆਪ ਤਾਂ ਠੱਗਿਆ ਹੋਇਆ। ਮੁੱਠਾ ਭਾਵ ਠੱਗਿਆ, ਮੁਹਾਈ ਲੁਟਾਉਂਦਾ ਹੈ, ਠਗਾਉਂਦਾ ਹੈ। ਭਾਵ ਆਪ ਤੇ ਉਹ ਠੱਗਿਆ ਹੈ ਤੇ ਲੋਕਾਂ ਨੂੰ ਵੀ ਆਪਣੇ ਸਾਥ ਆਪਣੇ ਨਾਲ ਲਾ ਕੇ ਉਹਨਾਂ ਨੂੰ ਲੁਟਾਉਂਦਾ ਹੈ। ਨਾਨਕ ਐਸਾ ਆਗੂ ਜਾਪੈ, ਗੁਰੂ ਸਾਹਿਬ ਕਹਿੰਦੇ ਨੇ ਕਿ ਅਜਿਹਾ ਆਗੂ ਅੰਤ ਨੂੰ ਉਗੜ ਪੈਂਦਾ ਹੈ, ਭਾਵ ਸਾਹਮਣੇ ਪ੍ਰਤੱਖ ਹੋ ਜਾਂਦਾ ਹੈ। ਅਗਲੇ ਸ਼ਲੋਕ ਅੰਦਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਮਹੱਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਜਿਹਦੇ ਅੰਦਰ ਜਿਸ ਮਨੁੱਖ ਦੇ ਅੰਦਰ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਸਦਾ ਹੈ, ਉਹ ਮੂੰਹੋਂ ਵੀ ਸਦਾ ਇੱਥੇ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ। ਅਸੀਂ ਉੱਪਰ ਪੜ੍ਹਿਆ ਨਾ, ਜਿਹੜਾ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਉਣ ਜਾਏ। ਜਿਹੜਾ ਆਪ ਝੂਠ ਬੋਲਦਾ ਹੈ ਤੇ ਦੂਜਿਆਂ ਨੂੰ ਝੂਠ ਬੋਲਣ ਤੋਂ ਮਨਾ ਕਰਦਾ ਹੈ, ਸਮਝਾਉਂਦਾ ਹੈ ਕਿ ਝੂਠ ਨਾ ਬੋਲੋ। ਭਾਈ ਆਪ ਤੇ ਠੱਗਿਆ ਹੋਇਆ ਹੈ, ਆਪ ਤੇ ਝੂਠਾ ਹੈ ਤੇ ਦੂਸਰਿਆਂ ਨੂੰ ਵੀ ਆਪਣੇ ਮਗਰ ਜਿਹੜਾ ਵਾ ਲਾਉਣ ਦਾ ਯਤਨ ਕਰਦਾ ਹੈ ਤੇ ਕਹਿੰਦਾ ਮੈਂ ਆਗੂ ਹਾਂ, ਮੈਂ ਤੁਹਾਨੂੰ ਸਮਝਾਉਣਾ ਆ। ਉਹ ਆਪ ਵੀ ਲੁੱਟਿਆ ਹੁੰਦਾ ਤੇ ਦੂਜਿਆਂ ਨੂੰ ਵੀ ਜਿਹੜਾ ਵਾ ਉਹ ਲੁਟਾਈ ਜਾਂਦਾ ਹੈ। ਹੁਣ ਅਗਲੇ ਸ਼ਲੋਕ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਇੱਕ ਤੇ ਉਹ ਨੇ ਜਿਹੜੇ ਕੂੜ ਬੋਲਦੇ ਨੇ, ਹੁਣ ਇਹ ਨੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਲਾਏ। ਉਹ ਸੱਚੇ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਉਹਦੇ ਮੂੰਹ ਦੇ ਉੱਤੋਂ ਵੀ ਮੁੱਖ ਦੇ ਵਿੱਚੋਂ ਵੀ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਨਿਕਲਦਾ ਹੈ। ਉਹ ਸਦਾ ਸਤਿਨਾਮ ਵਾਹਿਗੁਰੂ ਦਾ ਹੀ ਜਾਪ ਕਰਦਾ ਹੈ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਉਹ ਆਪ ਪਰਮਾਤਮਾ ਦੇ ਮਾਰਗ ਉੱਤੇ ਚੱਲਦਾ ਹੈ, ਪਰਮਾਤਮਾ ਦੇ ਰਾਹ ਉੱਤੇ ਤੁਰਦਾ ਹੈ ਤੇ ਹੋਰਨਾਂ ਨੂੰ ਵੀ ਉਸ ਰਾਹ ਦੇ ਉੱਤੇ ਤੋਰਦਾ ਹੈ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਹਾਤੈ ਸਗਵੀ ਮਲ ਲਾਏ।
ਗੁਰੂ ਸਾਹਿਬ ਇੱਥੇ ਕਹਿੰਦੇ ਨੇ ਕਿ ਜਿੱਥੇ ਨਹਾਉਣ ਜਾਈਏ, ਜੇ ਉੱਥੇ ਖੁੱਲੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ ਨਹਾਉਣ ਵਾਲੇ ਦੀ ਮੈਲ ਲੈ ਜਾਂਦੀ ਹੈ, ਪਰ ਜੇ ਉੱਥੇ ਛੱਪੜ ਹੋਵੇ ਤੇ ਛੱਪੜ ਵਿੱਚ ਨਹਾਤਿਆਂ ਮੈਲ ਨਹੀਂ ਲੱਥਦੀ, ਸਗੋਂ ਉਹਦੇ ਤਨ ਉੱਤੇ ਹੋਰ ਮੈਲ ਵੱਧਦੀ ਹੈ, ਚਿੱਕੜ ਵੱਧ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਤੀਰਥ ਪੂਰਾ ਸਤਿਗੁਰੂ ਜੋ ਅਣ ਦਿਨ ਹਰ ਹਰ ਨਾਮ ਧਿਆਏ। ਭਈ ਆਪਣੇ ਮਨ ਨੂੰ ਧੋਣਾ ਹੈ, ਇਸ਼ਨਾਨ ਕਰਨਾ ਹੈ, ਸਵੱਛ ਰਹਿਣਾ ਹੈ, ਤੇ ਇਹੀ ਨੇਮ ਸਮਝੋ ਕਿ ਮੈਲ ਧੋਣ ਲਈ ਪੂਰਾ ਗੁਰੂ ਜੋ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਮਨ ਨੂੰ ਖੁੱਲੇ ਸਾਫ ਪਾਣੀ ਦਾ ਸੋਮਾ ਹੈ। ਤੀਰਥ ਕਿਹੜਾ ਤੀਰਥ ਪੂਰਾ ਹੈ ਜੀ? ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਏ, ਜਿਹੜਾ ਹਰ ਰੋਜ਼ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਅਸਲ ਵਿੱਚ ਉਹੀ ਪੂਰਾ ਸਤਿਗੁਰੂ ਹੈ ਤੇ ਉਹੀ ਅਸਲ ਵਿੱਚ ਤੀਰਥ ਹੈ, ਉਹੀ ਉਹ ਪਾਣੀ ਦਾ ਖੁੱਲਾ ਸੋਮਾ ਹੈ। ਉਹ ਆਪ ਛੁੱਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛੁਡਾਏ। ਉਹ ਆਪ ਤੇ ਵਿਕਾਰਾਂ ਰੂਪੀ ਹੈ। ਹੁਣ ਕੁਟੰਬ ਦਾ ਭਾਵ ਅਰਥ ਹੈ ਪਰਿਵਾਰ, ਤੇ ਆਪ ਛੁੱਟਾ ਕੁਟੰਬ ਸਿਉ, ਧਿਆਨ ਦੇਣਾ, ਉਹ ਆਪ ਛੁੱਟਾ ਕੁਟੰਬ ਸਿਉ, ਉਹ ਆਪ ਪਰਿਵਾਰ ਦੇ ਨਾਲੋਂ ਛੁੱਟ ਚੁੱਕਾ ਹੈ। ਪਰ ਇਹ ਪਰਿਵਾਰ ਕਿਹੜਾ ਹੈ? ਇਹ ਸੰਸਾਰੀ ਪਰਿਵਾਰ ਨਹੀਂ ਜਿਹੜਾ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ। ਇਹ ਉਹ ਪਰਿਵਾਰ ਹੈ ਜਿਹੜੇ ਅੰਦਰ ਪੰਜ ਵਿਕਾਰ ਨੇ। ਉਹਨਾਂ ਪੰਜ ਵਿਕਾਰਾਂ ਦੇ ਪਰਿਵਾਰ ਤੋਂ ਉਹ ਆਪ ਬਚਿਆ ਹੋਇਆ ਹੈ, ਉਹਦੇ ਹੁਣ ਅੰਦਰ ਠੱਗਿਆ ਨਹੀਂ ਹੋਇਆ, ਤੇ ਆਪ ਉਹ ਬਚਿਆ ਹੋਇਆ ਹੈ ਤੇ ਦੂਸਰਿਆਂ ਨੂੰ ਵੀ ਦੇ ਹਰ ਹਰ ਨਾਮ ਕੀ ਦਿੰਦਾ ਹੈ? ਪ੍ਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ, ਇੱਕ ਨੂੰ ਨਹੀਂ, ਉਹ ਸਾਰੀ ਸ੍ਰਿਸ਼ਟੀ ਨੂੰ ਬਚਾਉਂਦਾ ਹੈ। ਸਭ ਸ੍ਰਿਸ਼ਟ ਛੁਡਾਏ, ਸਾਰੀ ਸ੍ਰਿਸ਼ਟੀ ਨੂੰ ਬਚਾ ਲੈਂਦਾ ਹੈ। ਨਾਨਕ ਜਨ ਨਾਨਕ ਤਿਸ ਬਲਿਹਾਰਣੈ, ਜੋ ਆਪ ਜਪੈ ਅਵਰਾ ਨਾਮ ਜਪਾਏ। ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਨਕ ਪਦ ਸ਼ਬਦ ਵਰਤ ਕੇ ਆਖਦੇ ਨੇ ਕਿ ਮੈਂ ਨਾਨਕ ਦਾਸ ਵੀ ਉਸ ਤੋਂ ਸਦਕੇ ਜਾਂਦਾ ਹਾਂ, ਜੋ ਆਪ ਪ੍ਰਭੂ ਦਾ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਵਿੱਚ ਪਾਉਂਦਾ ਹੈ। ਅੱਗੇ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੌੜੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇੱਕ ਕੰਧ ਮੂਲ ਚੁਣ ਖਾਹੀ ਵਣ ਖੰਡ ਵਾਸਾ। ਇੱਕ ਕਈ ਜਿਹੜੇ ਮਨੁੱਖ ਨੇ ਉਹ ਕੰਧ ਮੂਲ ਚੁਣ ਖਾਹੇ, ਭਾਵ ਗਾਜਰ, ਮੂਲੀ, ਹਰੀਆਂ ਸਬਜ਼ੀਆਂ ਆਦਿਕ ਜੋ ਜ਼ਮੀਨ ਵਿੱਚ ਪੈਦਾ ਹੁੰਦੀਆਂ ਨੇ ਉਹ ਖਾ ਕੇ ਕਿੱਥੇ ਜਾਂਦਾ ਹੈ? ਵਣ ਖੰਡ। ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ। ਜੰਗਲ ਦੇ ਵਿੱਚ ਜਾ ਕੇ ਉਹਨੇ ਆਪਣਾ ਜਿਹੜਾ ਵਾ ਘਰ ਬਣਾਇਆ ਹੋਇਆ, ਵਾਸ ਕੀਤਾ ਹੋਇਆ। ਇੱਕ ਭਗਵਾਂ ਵੇਸ ਕਰ ਫਿਰੇ ਜੋਗੀ ਸੰਨਿਆਸਾ। ਇੱਕ ਉਹ ਲੋਕ ਨੇ ਜਿਹੜੇ ਭਗਵੇਂ ਕੱਪੜੇ ਪਾ ਲੈਂਦੇ ਨੇ, ਜਿਨ੍ਹਾਂ ਵਿੱਚ ਜੋਗੀ ਤੇ ਸੰਨਿਆਸੀ ਨੇ। ਉਹ ਜੋਗੀ ਤੇ ਸੰਨਿਆਸੀ ਬਣ ਕੇ ਸੰਸਾਰ ਵਿੱਚ ਵਿਚਰਦੇ ਨੇ। ਅੰਤਰ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸ਼ਾ। ਫਿਰ ਧਿਆਨ ਦੇਣਾ, ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ। ਉਹਨਾਂ ਦੇ ਅੰਦਰ ਬਹੁਤ ਲਾਲਚ ਹੈ। ਤੁਸੀਂ ਵੇਖੇ ਹੋਣੇ ਜੋਗੀ ਵੀ ਪਿੰਡਾਂ ਦੇ ਵਿੱਚ, ਸੰਨਿਆਸੀ ਵੀ ਪਿੰਡਾਂ ਦੇ ਵਿੱਚ ਤੁਰਦੇ ਫਿਰਦੇ ਮੰਗਦੇ ਨੇ। ਮਨ ਵਿੱਚ ਲਾਲਸਾ ਹੈ, ਮੈਂ ਆ ਵੀ ਲੈ ਲਵਾਂ, ਮੈਂ ਆ ਵੀ ਲੈ ਲਵਾਂ, ਪਰ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਘਰ ਬਾਰ ਤਿਆਗਿਆ, ਅਸੀਂ ਸੰਨਿਆਸੀ ਹਾਂ, ਅਸੀਂ ਜੋਗੀ ਹਾਂ, ਅਸੀਂ ਘਰ ਗ੍ਰਸਤੀ ਨਹੀਂ ਧਾਰਨ ਕਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰ ਅੰਦਰ ਉਹਨਾਂ ਦੇ ਜਿਹੜੀ ਲਾਲਸਾ ਹੈ ਨਾ, ਜਿਹੜਾ ਲਾਲਚ ਹੈ ਉਹ ਬਹੁਤ ਹੈ। ਉਹਨਾਂ ਦੇ ਅੰਦਰ ਕੱਪੜੇ ਦੀ ਸਾਧਨ ਭਾਵ ਕੱਪੜਾ, ਤੇ ਆਸਾ ਭਾਵ ਲਾਲਸਾ ਭੋਜਨ ਭਾਵ ਜਿਹੜਾ ਅਸੀਂ ਖਾਣ ਪੀਣ ਦੀਆਂ ਵਸਤਾਂ ਲੈ ਲਈਏ। ਕੱਪੜਾ ਤੇ ਭੋਜਨ ਦੀ ਬਹੁਤ ਉਹਨੂੰ ਲਾਲਸਾ ਹੈ। ਗੁਰੂ ਸਾਹਿਬ ਕਹਿੰਦੇ ਨੇ ਬਿਰਥਾ ਜਨਮ ਗਵਾਏ, ਨਾ ਗ੍ਰਹਿ ਨਾ ਉਦਾਸਾ। ਨਾ ਉਹਨਾਂ ਨੇ ਗ੍ਰਸਤੀ ਜੀਵਨ ਧਾਰਨ ਕੀਤਾ, ਗ੍ਰਸਤ ਵੱਲੋਂ ਵੀ ਉਹ ਆਪਣਾ ਜਨਮ ਜਿਹੜਾ ਵਿਅਰਥ ਕਰ ਲਿਆ। ਤੇ ਜੇ ਜੋਗੀ ਤੇ ਸੰਨਿਆਸੀ ਬਣਨ ਵਾਸਤੇ ਨਿਕਲੇ
ਤੇ ਨਾ ਉਹਨਾਂ ਨੇ ਸੰਨਿਆਸ ਧਾਰਨ ਕੀਤਾ, ਨਾ ਜੋਗੀਆਂ ਵਾਲੇ ਕਰਮ ਕੀਤੇ, ਗੱਲੀ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਐ ਸੋਈ। ਹੁਣ ਜੋਗੀ ਤੇ ਬਣਿਆ ਨਹੀਂ, ਪਰਮਾਤਮਾ ਨੂੰ ਤੇ ਇੱਕ ਨਜ਼ਰ ਦੇ ਨਾਲ ਤੱਕਿਆ ਨਹੀਂ, ਪਰ ਮੰਗਣ ਵਾਲਾ ਜਿਹੜਾ ਵਾ ਉਹ ਕੱਪੜੇ ਪਹਿਨ ਲਏ, ਉੱਪਰ ਤਨ ਦੇ ਉੱਤੇ ਵਸਤਰ ਤੇ ਪਾ ਲਏ, ਭਗਵੇਂ ਰੰਗ ਦੇ ਜਿਹੜੇ ਕੱਪੜੇ ਪਾ ਕੇ ਆਪਣੇ ਆਪ ਨੂੰ ਇਹ ਧਕਵਾ ਲਿਆ ਕਿ ਮੈਂ ਜੋਗੀਆਂ ਵਾਲੇ ਪਾਏ, ਦੂਜਾ ਕਹਿੰਦਾ ਮੈਂ ਸੰਨਿਆਸੀਆਂ ਵਾਲੇ ਪਾਏ ਆ, ਪਰ ਮਨ ਦੇ ਅੰਦਰ ਜਿਹੜੀ ਲਾਲਸਾ ਉਹ ਖਤਮ ਨਹੀਂ ਹੋਈ। ਹੁਣ ਨਾ ਤੇ ਉਹਨੇ ਗ੍ਰਸਤੀ ਜੀਵਨ ਧਾਰਨ ਕਰਕੇ ਗ੍ਰਸਤੀ ਨਿਭਾਇਆ, ਤੇ ਨਾ ਹੀ ਸੰਨਿਆਸੀ ਤੇ ਜੋਗੀ ਬਣ ਕੇ ਆਪਣਾ ਉਹ ਧਰਮੀ ਪੁਰਸ਼ ਹੋਣ ਦਾ ਜਿਹੜਾ ਵਾ ਉਹ ਫਰਜ਼ ਨਿਭਾਇਆ। ਆਪਣਾ ਜੀਵਨ ਜਿਹੜਾ ਸੀ ਇਹਨਾਂ ਦੋਨਾਂ ਕਰਮਾਂ ਤੋਂ ਨਿਰਬਲ ਰੱਖ ਕੇ ਤੇ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਸਮਾਂ ਜਿਹੜਾ ਸੀ ਉਹ ਅਜਾਈਂ ਗਵਾ ਲਿਆ। ਜਮਕਾਲ ਸਿਰਹੁ ਨਾ ਉਤਰੈ, ਤ੍ਰਿਬਦ ਮਨਸਾ। ਹੁਣ ਉਹਨਾਂ ਦੇ ਅੰਦਰ ਜਿਹੜੀ ਮਾਇਆ ਦੀ ਲਾਲਸਾ ਸੀ, ਉਹਦੇ ਹੋਣ ਕਾਰਨ ਜਿਹੜੀ ਆਤਮਿਕ ਮੌਤ ਆ ਉਹਨਾਂ ਦੇ ਸਿਰ ਤੋਂ ਟਲੀ ਨਹੀਂ। ਉਹਨਾਂ ਦੇ ਸਿਰ ਉੱਤੇ ਉਹ ਆਤਮਿਕ ਜਿਹੜੀ ਮੌਤ ਸੀ ਉਹ ਮੰਡਰਾਉਂਦੀ ਰਹੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਹੁਣ ਉਹਨਾਂ ਦੇ ਸਿਰ ਉੱਤੇ ਜਿਹੜੀ ਜਮਾਂ ਦੀ ਫਾਹੀ ਸੀ, ਭਾਵ ਮੌਤ, ਜਮਕਾਲ ਸਿਰੋਂ ਨਾ ਉਤਰੈ, ਜਮਕਾਲ ਸਿਰੋਂ ਨਾ ਉਤਰੈ, ਉਹਨਾਂ ਦੇ ਸਿਰ ਉੱਤੋਂ ਜਿਹੜਾ ਜਮਾਂ ਦੀ ਫਾਹੀ ਹੈ ਉਹ ਖਤਮ ਨਹੀਂ ਹੋਈ, ਭਾਵ ਆਤਮਿਕ ਮੌਤ ਜਿਹੜੀ ਆ ਉਹਨਾਂ ਦੇ ਉੱਤੇ ਸਿਰ ਉੱਤੇ ਤੁਰੀ ਰਹਿੰਦੀ ਹੈ। ਭਾਵੇਂ ਉਹ ਸਰੀਰ ਰੂਪ ਤੁਰੇ ਰਹਿੰਦੇ ਨੇ, ਪਰ ਆਤਮਿਕ ਮੌਤ ਜਿਹੜੀ ਆ ਉਹ ਸਦਾ ਹੀ ਉਹਨਾਂ ਦੇ ਉੱਤੇ ਦੌੜੀ ਰਹਿੰਦੀ ਹੈ। ਗੁਰਮਤੀ ਕਾਲ ਨਾ ਆਵੈ ਨੇੜੇ, ਗੁਰਮਤੀ ਕਾਲ ਨਾ ਆਵੈ ਨੇੜੇ, ਜਾਂ ਹੋਵੈ ਦਾਸਨ ਦਾਸਾ। ਜਦੋਂ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਿਕ ਮੌਤ ਉਸਦੇ ਨੇੜੇ ਨਹੀਂ ਆਉਂਦੀ। ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੀ ਉਦਾਸਾ। ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦਾ ਸੱਚਾ ਸ਼ਬਦ ਤੇ ਪ੍ਰਭੂ ਉਸ ਦੇ ਮਨ ਵਿੱਚ ਹੋਣ ਕਰਕੇ ਉਹ ਗ੍ਰਸਥ ਵਿੱਚ ਰਹਿੰਦਾ ਹੋਇਆ ਵੀ ਤਿਆਗੀ ਹੈ। ਪਹਿਲਾਂ ਗੱਲ ਕੀਤੀ ਹੈ ਮਨੁੱਖ ਤਿਆਗੀ ਤੇ ਵਿਰਾਗੀ ਬਣ ਕੇ, ਤਿਆਗੀ ਤੇ ਵਿਰਾਗੀ ਬਣ ਕੇ ਜਿਹੜਾ ਵਾ ਉਹ ਆਖਦਾ ਹੈ ਮੈਂ ਧਰਮੀ ਆ, ਪਰ ਨਾ ਉਹਨੇ ਧਰਮ ਕਮਾਇਆ ਤੇ ਨਾ ਗ੍ਰਸਤੀ ਨਿਭਾਇਆ। ਹੁਣ ਗੁਰੂ ਸਾਹਿਬ ਕਹਿੰਦੇ ਜਿਹੜਾ ਗ੍ਰਸਤੀ ਸੀ ਨਾ, ਉਹ ਭੈ ਵਿੱਚ ਰਹਿੰਦਾ ਹੋਇਆ ਗੁਰੂ ਦਾ ਸੇਵਕ ਬਣ ਕੇ ਉਹਦੀ ਸਿੱਖਿਆ ਤੇ ਤੁਰ ਕੇ ਉਹ ਘਰ ਵਿੱਚ ਹੀ ਉਦਾਸ ਭਾਵ ਗ੍ਰਸਤ ਵਿੱਚ ਹੀ ਤਿਆਗੀ ਹੈ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਗੁਰੂ ਸਾਹਿਬ ਅਖੀਰ ਵਿੱਚ ਆਖਦੇ ਨੇ ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿੱਚ ਤੁਰਦੇ ਹਨ ਉਹ ਦੁਨੀਆ ਦੀਆਂ ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ। ਸੋ ਅਗਲੀ ਵਿਚਾਰ ਅਸੀਂ ਕੱਲ ਨੂੰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਕਿਉਂਕਿ ਅੱਜ ਕੋਈ ਗੁਰਦੁਆਰਾ ਸਾਹਿਬ ਦੀ ਮੀਟਿੰਗ ਹੈ, ਉਹਨਾਂ ਨੂੰ ਇਹ ਹਾਲ ਚਾਹੀਦਾ ਸੀ। ਸੋ 5 ਮਿੰਟ ਅਸੀਂ ਕਲਾਸ ਜਿਹੜੀ ਉਹ ਪਹਿਲਾਂ ਸਮਾਪਤੀ ਕਰ ਰਹੇ ਹਾਂ। ਮੈਂ ਸੰਗਤਾਂ ਦੇ ਕੋਲੋਂ ਖਿਮਾ ਦਾ ਜਾਚਕ ਹਾਂ। ਸੋ ਕੱਲ ਨੂੰ ਅਸੀਂ ਅਗਲੇਰੀ ਜਿਹੜੀ ਬਾਣੀ ਹੈ ਉਹ ਕੱਲ ਨੂੰ ਵਿਚਾਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਅੰਤ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।